पंजाबी लाइब्रेरी वालों तुहानूं सारिਆਂ ਨੂੰ प्यार भरी सत श्री अकाल ते जी आयां ਨੂੰ। ਅੱਜ ਅਸੀਂ ਖਾਤੂਨ ਤੋਂ ਕੌਰ ਤੱਕ ਦਾ ਦੂਜਾ ਭਾਗ ਪੜ੍ਹਾਂਗੇ, ਜਿਸ ਨੂੰ ਕਿ ਲਿਖਿਆ ਹੈ ਅਕਸ਼ਕੌਰ ਪੂਰੇਵਾਲ ਜੀ ਨੇ। ਤੇ ਆਓ ਰਲ ਕੇ ਪੜ੍ਹਦੇ ਹਾਂ ਖਾਤੂਨ ਤੋਂ ਕੌਰ ਭਾਗ ਦੂਜਾ। ਸੁਖਵੰਤ ਹੋਣੀ ਬਚਦੇ ਬਚਾਉਂਦੇ ਰਹਿਮਤ ਨੂੰ ਨਾਲ ਲੈ ਸਟੇਸ਼ਨ 'ਤੇ ਪਹੁੰਚ ਗਏ। ਉਹਨਾਂ ਉੱਥੋਂ ਗੱਡੀ ਫੜ ਅੰਮ੍ਰਿਤਸਰ ਆਪਣੇ ਜੱਦੀ ਪਿੰਡ ਪਹੁੰਚਣਾ ਸੀ, ਜੋ ਹੁਣ ਹਿੰਦੁਸਤਾਨ ਵਿੱਚ ਆ ਗਿਆ। ਸੁਖਵੰਤ ਦੇ ਘਰ ਦੇ ਮਾਹੌਲ ਖਰਾਬ ਹੋਣ ਦੀ ਇਤਲਾ ਸੁਣ ਪਹਿਲਾਂ ਹੀ ਇੱਥੋਂ ਜਾ ਚੁੱਕੇ ਸੀ। ਸੁਖਵੰਤ ਤੇ ਉਹਦੇ ਸਾਥੀ ਘਰ ਦਾ ਥੋੜ੍ਹਾ ਬਹੁਤ ਸਮਾਨ ਲੈ ਅੱਜ ਗੱਡੀ ਚੜ੍ਹਨ ਵਾਲੇ ਸੀ, ਪਰ ਅਫਸੋਸ ਗੱਡੀ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਨਿਕਲ ਗਈ। ਵੀਰ, ਗੱਡੀ ਤਾਂ ਨਿਕਲ ਗਈ, ਹੁਣ ਆਪਾਂ ਕੀ ਕਰਾਂਗੇ? ਸੁਖਵੰਤ ਦਾ ਜਿਗਰੀ ਯਾਰ ਹਰਜੀਤ ਘਬਰਾਉਂਦਿਆਂ ਹੋਇਆ ਬੋਲਿਆ। ਕੋਈ ਨਾ ਹਰਜੀਤ ਸੀਆਂ, ਅੱਜ ਔਖੇ ਸੌਖੇ ਇੱਥੇ ਹੀ ਰਾਤ ਬਿਤਾ ਲਵਾਂਗੇ। ਸੁਖਵੰਤ ਨੇ ਰਹਿਮਤ ਦਾ ਪਰੇਸ਼ਾਨ ਚਿਹਰਾ ਤੱਕਦਿਆਂ ਆਖਿਆ। ਤੁਸੀਂ ਜ਼ਿਆਦਾ ਸੋਚੋ ਨਾ, ਤੁਹਾਡੇ ਘਰ ਦੇ ਸਵੇਰ ਤੱਕ ਮਿਲ ਜਾਣਗੇ। ਤਾਂ ਹੀ ਵਾਹਿਗੁਰੂ ਨੇ ਸ਼ਾਇਦ ਸਾਨੂੰ ਇੱਥੇ ਰੁਕਾ ਲਿਆ ਹੈ। ਉਹ ਫਿਲਹਾਲ ਜ਼ਰੂਰ ਸਰਕਾਰੀ ਕੈਂਪ ਵਿੱਚ ਠਹਿਰੇ ਹੋਣਗੇ। ਤੁਸੀਂ ਦੱਸ ਰਹੇ ਸੀ ਤੁਹਾਡੇ ਸ਼ੌਹਰ ਦੇ ਵਾਲਿਦ ਸਰਕਾਰੀ ਮੁਲਾਜ਼ਮੇ ਵਿੱਚ ਨੌਕਰ ਸਨ। ਜੇਕਰ ਤੁਸੀਂ ਉਹਨਾਂ ਦਾ ਨਾਮ ਦੱਸ ਦੇਵੋ ਤਾਂ ਸਾਨੂੰ ਲੱਭਣ ਵਿੱਚ ਆਸਾਨੀ ਹੋ ਜਾਵੇਗੀ। ਕੈਂਪ ਵਿੱਚ ਕਈ ਮੁਲਾਜ਼ਮ ਮੈਨੂੰ ਜਾਣਦੇ ਨੇ। ਜ਼ਰੂਰ ਤੁਹਾਡੇ ਘਰ ਦੇ ਵੀ ਤੁਹਾਡੇ ਲਈ ਪਰੇਸ਼ਾਨ ਹੋਣਗੇ। ਰਹਿਮਤ ਨੇ ਬੜੇ ਦਰਦ ਭਰੀ ਆਵਾਜ਼ ਵਿੱਚ ਆਖਿਆ। ਜੀ, ਉਹਨਾਂ ਦਾ ਨਾਮ ਅਹਿਮਦ ਖਾਨ ਹੈ। ਠੀਕ ਹੈ। ਦਰਅਸਲ ਰੇਲਵੇ ਕਰਮਚਾਰੀ ਹਰਜੀਤ ਦਾ ਚੰਗਾ ਖਾਸਾ ਜਾਣਕਾਰ ਹੈ। ਅਸੀਂ ਸੋਚਿਆ ਤੁਹਾਡੇ ਰਹਿਣ ਦਾ ਇੰਤਜ਼ਾਮ ਰੇਲਵੇ ਕੁਆਟਰ ਵਿੱਚ ਕਰਾ ਦਿਆਂਗੇ, ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆਵੇ ਅਤੇ ਤੁਸੀਂ ਮਹਿਫੂਜ਼ ਰਹੋ। ਪਰ ਸਾਡੀ ਗੱਡੀ ਨਿਕਲ ਗਈ, ਹੁਣ ਤਾਂ ਅਸੀਂ ਵੀ ਕੱਲ੍ਹ ਹੀ ਗੱਡੀ ਅੱਪੜ ਸਕਾਂਗੇ ਅਤੇ ਅੱਜ ਰਾਤ ਇੱਥੇ ਹੀ ਤੁਹਾਡੇ ਨਾਲ ਕੱਟਣੀ ਪਵੇਗੀ। ਕਰਨੈਲ ਕੁਆਟਰ ਦੀ ਚਾਬੀ ਫੜਨ ਗਿਆ, ਆਉਂਦਾ ਹੀ ਹੋਏਗਾ। ਰਹਿਮਤ ਕੋਲ ਸਿਰ ਲੁਕਾਉਣ ਲਈ ਹੋਰ ਕੋਈ ਥਾਂ ਨਹੀਂ ਸੀ, ਜਿਸ ਕਾਰਨ ਉਹਨੇ ਕੁਆਟਰ ਵਿੱਚ ਹੀ ਰਾਤ ਬਿਤਾਉਣੀ ਮੁਨਾਸਿਬ ਸਮਝੀ। ਕੁਆਟਰ ਵਿੱਚ 2 ਹੀ ਕਮਰੇ ਸੀ। ਇੱਕ ਵਿੱਚ ਸੁਖਵੰਤ ਅਤੇ ਉਸਦੇ ਸਾਥੀ ਲੰਮੇ ਪੈ ਗਏ ਅਤੇ ਦੂਸਰੇ ਕਮਰੇ ਵਿੱਚ ਉਹਨਾਂ ਰਹਿਮਤ ਨੂੰ ਰੁਕਣ ਲਈ ਆਖਿਆ। ਕਮਰੇ ਵਿੱਚ ਜਾਂਦੇ ਸਾਰ ਰਹਿਮਤ ਦੇ ਹੰਝੂ ਥੱਲੇ ਕਿੰਨੇ ਸ਼ੁਰੂ ਹੋ ਗਏ। ਆਪਣੇ ਅੱਬਾ ਅੰਮੀ ਦੀ ਤਸਵੀਰ ਉਸ ਦੇ ਮੂਹਰੇ ਘੁੰਮਣ ਲੱਗ ਪਈ ਅਤੇ ਪਲਾਂ ਵਿੱਚ ਹੀ ਫਿਰ ਤੋਂ ਉਸਦੀ ਜ਼ਿੰਦਗੀ ਬਦਲ ਗਈ। ਜ਼ਿੰਦਗੀ ਦੀ ਹਰੀ ਭਰੀ ਸ਼ਾਖ ਦੇ ਸਭ ਪੱਤੇ ਜਿਵੇਂ ਸੁੱਕ ਕੇ ਥੱਲੇ ਡਿੱਗ ਗਏ ਹੋਣ। ਇੰਝ ਜਾਪਣ ਲੱਗਾ ਜਿਵੇਂ ਫੁੱਲਾਂ ਦੀ ਬਰਸਾਤ ਹਮੇਸ਼ਾ ਲਈ ਥੰਮ ਗਈ ਹੋਵੇ ਅਤੇ ਹੁਣ ਪੈਰਾਂ ਥੱਲੇ ਕਿਸੇ ਨੇ ਬਲ ਦੇ ਕੋਲੇ ਰੱਖ ਦਿੱਤੇ ਨੇ। ਕਮਰੇ ਦੀ ਕੁੰਡੀ ਖੋਲ੍ਹ ਉਹ ਬਾਹਰ ਨੂੰ ਤੁਰ ਪਈ। ਜਦ ਸੁਖਵੰਤ ਨੂੰ ਦਰਵਾਜ਼ਾ ਖੋਲ੍ਹਣ ਦੀ ਆਵਾਜ਼ ਆਈ ਤਾਂ ਉਹ ਇੱਕਦਮ ਉੱਠ ਗਿਆ। ਰਹਿਮਤ ਦੌੜੀ ਜਾ ਰਹੀ ਸੀ। ਸੁਖਵੰਤ ਉਸਦੇ ਪਿੱਛੇ ਦੌੜਨ ਲੱਗ ਪਿਆ। ਸੁਖਵੰਤ ਨੇ ਉਸਨੂੰ ਆਵਾਜ਼ਾਂ ਮਾਰੀ ਜਾ ਰਿਹਾ ਸੀ, ਪਰ ਰਹਿਮਤ ਨੇ ਪਿੱਛੇ ਮੁੜ ਇੱਕ ਵਾਰ ਨਾ ਦੇਖਿਆ। ਆਖਿਰ ਕਿੰਨੀ ਹੀ ਮੁਸ਼ੱਕਤ ਤੋਂ ਬਾਅਦ ਉਹ ਭੱਜਦਾ ਹੋਇਆ ਰਹਿਮਤ ਦੇ ਮੂਹਰੇ ਜਾ ਖੜਾ ਹੋਇਆ। ਦੂਜੇ ਪਾਸੇ ਇੱਕ ਟੋਲੀ ਨਾਅਰੇਬਾਜ਼ੀ ਕਰਦੀ ਭੱਜਦੀ ਆ ਰਹੀ ਸੀ। ਸੁਖਵੰਤ ਨੇ ਅੱਗਾਂ ਹੋ ਰਹਿਮਤ ਨੂੰ ਇੱਕ ਦਰੱਖਤ ਵੇਖ ਉਸ ਪਿੱਛੇ ਲੁਕਾ ਲਿਆ। ਜਦ ਟੋਲੀ ਰੌਲਾ ਪਾਉਂਦੀ ਹੋਈ ਅੱਗੇ ਵੱਲ ਨੂੰ ਵੱਧ ਗਈ ਤਾਂ ਸੁਖਵੰਤ ਨੇ ਸਾਹ ਵਿੱਚ ਸਾਹ ਆਇਆ। ਉਹਨੇ ਰਹਿਮਤ ਦੇ ਮੂੰਹ ਤੋਂ ਹੱਥ ਪਿੱਛਾ ਕਰ ਲਿਆ ਅਤੇ ਗੁੱਸੇ ਵਿੱਚ ਰਹਿਮਤ ਨੂੰ ਬੋਲਣ ਲੱਗਾ। ਤੁਸੀਂ ਇੰਨੇ ਨਾ ਸਮਝ ਕਿਵੇਂ ਹੋ ਸਕਦੇ ਹੋ? ਮਾਹੌਲ ਕਿੰਨਾ ਖਰਾਬ ਹੈ। ਜੇ ਹੁਣੇ ਤੁਹਾਨੂੰ ਕੁਝ ਹੋ ਜਾਂਦਾ ਤੇ ਫਿਰ? ਮੈਨੂੰ ਮੇਰੀ ਮੌਤ ਦਾ ਡਰ ਨਹੀਂ ਹੈ। ਮੇਰੇ ਅੱਬਾ ਅੰਮੀ ਦਾ ਹੀ ਪਿਆਰ ਹੀ ਮੇਰੇ ਲਈ ਇਖਤਿਆਰ ਹੈ। ਮੈਂ ਆਪਣੇ ਅੱਬਾ ਅੰਮੀ ਨੂੰ ਇੰਝ ਛੱਡ ਕੇ ਕਿਤੇ ਨਹੀਂ ਜਾ ਸਕਦੀ। ਮੈਨੂੰ ਜਾਣ ਦੇਵੋ, ਤੁਸੀਂ ਇੱਥੋਂ ਚਲੇ ਜਾਵੋ। ਸੁਖਵੰਤ ਨੇ ਕਿਹਾ, ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ। ਮਾਫ਼ ਕਰਨਾ, ਪਰ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੋ ਚੁੱਕਿਆ ਹੈ। ਇਸ ਵਕਤ ਉੱਥੇ ਹੁਣ ਸਭ ਸੜ ਕੇ ਸਵਾਹ ਹੋ ਗਿਆ ਹੋਵੇਗਾ। ਰਾਖ ਤੋਂ ਬਿਨਾਂ ਤੁਹਾਨੂੰ ਹੋਰ ਕੁਝ ਨਹੀਂ ਮਿਲੇਗਾ। ਬਿਹਤਰ ਇਹੀ ਹੈ ਹੁਣ ਤੁਸੀਂ ਆਪਣੀ ਜ਼ਿੰਦਗੀ ਦਾ ਖਿਆਲ ਰੱਖੋ। ਵਕਤ ਦੇ ਹਾਲਾਤਾਂ ਨਾਲ ਲੜਨਾ ਸਿੱਖੋ। ਸਵੇਰ ਤੱਕ ਤੁਹਾਡਾ ਪਰਿਵਾਰ ਵੀ ਮਿਲ ਜਾਏਗਾ। ਬਸ ਹੌਸਲਾ ਰੱਖੋ।
ਆਖਿਰ ਸੁਖਵੰਤ ਰਹਿਮਤ ਨੂੰ ਸਮਝਾ ਬੁਝਾ ਕੇ ਆਪਣੇ ਨਾਲ ਵਾਪਿਸ ਕੁਆਟਰ ਲੈ ਗਿਆ। ਸਵੇਰ ਹੁੰਦਿਆਂ ਹੀ ਸੁਖਵੰਤ ਹੁਣੀ ਰਹਿਮਤ ਨੂੰ ਨਾਲ ਲੈ ਸਟੇਸ਼ਨ ਵੱਲ ਨੂੰ ਤੁਰ ਪਏ। ਸਟੇਸ਼ਨ 'ਤੇ ਪਹੁੰਚ ਉਹਨਾਂ ਆਪਣੇ ਮਿੱਤਰਾਂ ਦਾ ਧੰਨਵਾਦ ਕੀਤਾ ਜਿਨੇ ਇੰਨੀ ਆਫਤ ਵਿੱਚ ਉਹਨਾਂ ਦੀ ਮਦਦ ਕੀਤੀ। ਸੁਖਵੰਤ ਨੇ ਹਰਜੀਤ ਨਾਲ ਸਲਾਹ ਕੀਤੀ ਕਿ ਉਹਨਾਂ ਆਪਾਂ ਆਪ ਰਹਿਮਤ ਨੂੰ ਉਹਦੇ ਕੈਂਪ ਵਿੱਚ ਛੱਡ ਆਈਏ। ਕੈਂਪ ਵਿੱਚ ਛੱਡਣ ਗਏ ਤਾਂ ਚੰਗੀ ਕਿਸਮਤ ਨੂੰ ਛੇਤੀ ਹੀ ਅਲੀ ਹੁਣੀ ਮਿਲ ਗਏ। ਅਹਿਮਦ ਤੇ ਉਸਦੀ ਬੀਵੀ ਨੇ ਵੀ ਉੱਥੇ ਹੀ ਮੌਜੂਦ ਸਨ ਤੇ ਉੱਤੋਂ ਅਲੀ ਹਰਜੀਤ ਦਾ ਜਾਣਕਾਰ ਨਿਕਲ ਆਇਆ। ਦੋਵਾਂ ਦੀ ਤਾਲੀਮ ਇੱਕੋ ਹੀ ਜਗ੍ਹਾ ਹੋਈ ਸੀ। ਹਰਜੀਤ ਨੇ ਅਲੀ ਨੂੰ ਗੱਲ ਲਾਇਆ, ਚਲੋ ਸ਼ੁਕਰ ਹੈ ਭੈਣ ਨੂੰ ਆਪਣਾ ਪਰਿਵਾਰ ਮਿਲ ਗਿਆ। ਚੰਗਾ ਭੈਣੇ, ਚੱਲਦੇ ਹਾਂ ਹੁਣ, ਆਪਣਾ ਖਿਆਲ ਰੱਖੀ। ਰੱਬ ਨੇ ਚਾਹਿਆ ਤਾਂ ਫਿਰ ਕਦੇ ਮਿਲਾਂਗੇ। ਰਹਿਮਤ ਤੇ ਅਲੀ ਨੇ ਸੁਖਵੰਤ ਦਾ ਸ਼ੁਕਰੀਆ ਕੀਤਾ। ਰਹਿਮਤ ਦਾ ਦੁੱਖ ਥੋੜ੍ਹਾ ਹਲਕਾ ਹੋ ਗਿਆ। ਦਿਲ ਵਿੱਚ ਫਿਰ ਤੋਂ ਜੀਣ ਦੀ ਆਸ ਜਾਗ ਪਈ। ਥੋੜ੍ਹੀ ਦੇਰ ਬਾਅਦ ਹੀ ਉਹ ਉੱਥੋਂ ਰਹਿਮਤ ਤੋਂ ਅਲਵਿਦਾ ਲੈ ਰਵਾਨਾ ਹੋ ਗਏ। ਸਮੇਂ ਬੀਤਦਾ ਗਿਆ। ਵੰਡ ਦਾ ਆਇਆ ਤੂਫਾਨ ਸ਼ਾਂਤ ਹੋ ਗਿਆ। ਕਈ ਉੱਜੜ ਗਏ, ਕਈ ਵਸ ਗਏ। ਹਾਂ, ਪਰ ਸਾਂਝਾ ਭਾਈਚਾਰਾ ਹਮੇਸ਼ਾ ਲਈ ਹੀ ਉੱਜੜ ਗਿਆ। ਹੁਣ ਤਾਂ ਸਭ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਕਿਸ ਸ਼ੈ ਦਾ ਨਾਮ ਹੈ। ਸਮੇਂ ਦੇ ਨਾਲ ਨਾਲ ਸੁਖਵੰਤ ਦੇ ਘਰਦਿਆਂ ਦੇ ਮਨ ਵਿੱਚ ਧਰਮ ਨੂੰ ਲੈ ਕੇ ਕੁੜੱਤਣ ਜਿਹੀ ਭਰ ਗਈ। ਅਕਸਰ ਉਹ ਇਸ ਗੱਲ ਪਿੱਛੇ ਸੁਖਵੰਤ ਨਾਲ ਬਹਿਸ ਕਰਦੇ ਕਿ ਹੁਣ ਕਿਸੇ ਮੁਸਲਮਾਨ ਯਾਰੀ ਨਾ ਲਾਵੀਂ, ਸਾਡਾ ਇਹਨਾਂ ਸਭ ਕੁਝ ਉਜਾੜ ਦਿੱਤਾ। ਬਹੁਤਾ ਨਾ ਕਿਸੇ ਦਾ ਸੋਚਿਆ ਕਰ। ਮਾਂ ਦੀਆਂ ਗੱਲਾਂ ਸੁਣ ਸੁਖਵੰਤ ਸੋਚਦਾ, ਉਜਾੜ ਤਾਂ ਅਸੀਂ ਵੀ ਉਹਨਾਂ ਦਾ ਬਹੁਤ ਕੁਝ ਦਿੱਤਾ ਹੈ। ਨਾ ਘਰ ਉਹਨਾਂ ਦੇ ਵਾਸਤੇ ਰਹੇ, ਨਾ ਘਰ ਸਾਡੇ ਰਹੇ। ਸੁਖਵੰਤ ਦੀ ਮਾਂ ਨਿਤਨੇਮ ਦੀ ਬੜੀ ਪੱਕੀ ਸੀ। ਇੱਕ ਦਿਨ ਦੋਵੇਂ ਮਾਂ ਪੁੱਤ ਗੁਰੂ ਘਰ ਇਕੱਠੇ ਸੇਵਾ ਕਰਨ ਗਏ। ਸੇਵਾ ਕਰਦੇ ਸੁਖਵੰਤ ਦੀ ਨਜ਼ਰ ਇੱਕ ਬੀਬੀ 'ਤੇ ਪਈ। ਉਹ ਹੱਥ ਵਿੱਚ ਫੜੇ ਗੁਟਕਾ ਸਾਹਿਬ ਨੂੰ ਬਸ ਨਿਹਾਰੀ ਜਾ ਰਹੀ ਸੀ। ਸੁਖਵੰਤ ਨੂੰ ਪਤਾ ਨਹੀਂ ਕਿਉਂ ਉਸ ਵਿੱਚ ਰਹਿਮਤ ਦੀ ਪਰਛਾਈ ਵਿਖੀ। 2 ਸਾਲ ਪਹਿਲਾਂ ਬੀਤੀ ਉਸਨੂੰ ਉਹ ਰਾਤ ਯਾਦ ਆ ਗਈ। 3-4 ਘੰਟੇ ਬੀਤ ਗਏ। ਜਦੋਂ ਘਰ ਜਾਣ ਲੱਗੇ ਤਾਂ ਅਜੇ ਵੀ ਉਹ ਕੁੜੀ ਉੱਥੇ ਬੈਠੀ ਉਸ ਤਰ੍ਹਾਂ ਹੀ ਕਰ ਰਹੀ ਸੀ। ਅਖੀਰ ਸੁਖਵੰਤ ਉਸ ਕੋਲ ਚਲਾ ਹੀ ਗਿਆ। ਵਾਹਿਗੁਰੂ ਜੀ, ਤੁਹਾਨੂੰ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਹੈ? ਸੁਖਵੰਤ ਹੱਥ ਜੋੜੀ ਪਿੱਛੇ ਖੜਾ ਬੋਲਿਆ। ਅੱਗੋਂ ਬੜੀ ਹਲੀਮੀ ਭਰੀ ਆਵਾਜ਼ ਆਈ, ਜੀ ਨਹੀਂ। ਜਦ ਪਿੱਛਾ ਮੁੜ ਉਸ ਆਵਾਜ਼ ਨੇ ਦੇਖਿਆ ਤਾਂ ਅੱਜ ਵੀ ਉਹ ਉੱਥੇ ਹੀ ਖੜੇ ਸੀ ਜਿੱਥੇ ਕੁਝ ਵਰ੍ਹੇ ਪਹਿਲਾਂ। ਦੋਵਾਂ ਦੀਆਂ ਅੱਖਾਂ ਮੂਹਰੇ ਉਹ ਪਲ ਘੁੰਮਣ ਲੱਗੇ। ਸੁਖਵੰਤ ਨੂੰ ਅੱਜ ਵੀ ਉਸ ਆਵਾਜ਼ ਵਿੱਚ ਓਨਾ ਹੀ ਦਰਦ ਮਹਿਸੂਸ ਹੋਇਆ ਜਿਸ ਨੂੰ ਸੁਣ ਕੇ ਇੱਕ ਵਕਤ ਉਸਦਾ ਮਨ ਪਿਘਲ ਗਿਆ ਸੀ। ਉਹ ਆਖਰੀ ਬੋਲ, ਤੁਸੀਂ ਇੱਥੋਂ ਚਲੇ ਜਾਓ, ਮੈਂ ਤੁਹਾਡੇ ਤੇ ਹੋਰ ਬੋਝ ਨਹੀਂ ਬਣਨਾ ਚਾਹੁੰਦੀ। ਬੋਝ, ਜ਼ਿੰਦਗੀ ਦਾ ਉਹੀ ਬੋਝ ਜਿਸ ਨੂੰ ਢੋਂਦੇ ਹੋਏ ਉਹ ਆਪਣੇ ਨਾਲ ਇੱਥੋਂ ਤੱਕ ਲੈ ਆਈ ਸੀ, ਜਿਸ ਦੀ ਵਾਂਗ ਡੋਰ ਕਿਸੇ ਹੋਰ ਨੂੰ ਫੜਾ ਉਸਦੀ ਜ਼ਮੀਰ ਇਜਾਜ਼ਤ ਨਹੀਂ ਦੇ ਰਹੀ ਸੀ। ਰਹਿਮਤ ਹੋ ਨਾ ਤੁਸੀਂ? ਚਿਹਰਾ ਯਾਦ ਹੈ ਅਜੇ ਤੱਕ ਤੁਹਾਨੂੰ? ਬਿਲਕੁਲ। ਦਰਦ ਨਾਲ ਲਿਪਟੀ ਇਸ ਚਿਹਰੇ ਦੀ ਪਰਤ ਨੂੰ ਮੈਂ ਕਿਵੇਂ ਭੁੱਲ ਸਕਦਾ? ਜਦ ਸੁਖਵੰਤ ਨੇ ਇਹ ਗੱਲ ਆਖੀ ਤਾਂ ਰਹਿਮਤ ਦੀਆਂ ਅੱਖੀਆਂ ਵਿੱਚੋਂ ਅੱਥਰੂ ਵਹਿ ਤੁਰੇ। ਸੁਖਵੰਤ ਨੇ ਰਹਿਮਤ ਨੂੰ ਚੁੱਪ ਕਰਾਇਆ ਤੇ ਪੁੱਛਿਆ, ਤੁਸੀਂ ਇੱਥੇ ਕਿਵੇਂ? ਤੁਸੀਂ ਤਾਂ ਆਪਣੇ ਸਹੁਰੇ, ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਤੁਸੀਂ ਇੱਥੇ ਕਿਸ ਤਰ੍ਹਾਂ ਆਪੜੇ ਹੋ? ਰਹਿਮਤ ਨੇ ਜਵਾਬ ਦਿੱਤਾ, ਮੈਂ ਇੱਥੋਂ ਕਦੀ ਗਈ ਹੀ ਨਹੀਂ। ਮਤਲਬ? ਮੈਂ ਕੁਝ ਸਮਝ ਨਹੀਂ ਪਾ ਰਿਹਾ। ਤੁਸੀਂ ਆਖ ਕੀ ਰਹੇ ਹੋ? ਦਰਅਸਲ ਉਸ ਰਾਤ ਆਇਆ ਤੂਫਾਨ ਮੈਨੂੰ ਇੱਧਰ ਹੀ ਖਿੱਚ ਲਿਆਇਆ। ਸਭ ਕੁਝ ਉੱਜੜ ਗਿਆ। ਤੁਹਾਡੇ ਮੈਨੂੰ ਕੈਂਪ ਵਿੱਚ ਛੱਡਣ ਜਾਣ ਤੋਂ ਬਾਅਦ ਜਦ ਮੇਰੀ ਅਲੀ ਨਾਲ ਗੱਲ ਹੋਈ ਤਾਂ ਉਹਨਾਂ ਮੈਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਉਹ ਖੁਸ਼ੀ ਵਿੱਚ ਨਫ਼ਰਤ ਦੀਆਂ ਕਿੰਨੀਆਂ ਲਪਟਾਂ ਸੀ ਮੈਨੂੰ ਵੀ ਤੁਹਾਡੇ ਜਾਣ ਤੋਂ ਬਾਅਦ ਹੀ ਪਤਾ ਲੱਗਾ। ਉਹਨਾਂ ਦਾ ਸ਼ਕਾਫਤ ਮੈਨੂੰ ਅਪਣਾਉਣ ਦੀ ਇਜਾਜ਼ਤ ਨਹੀਂ ਦਿੰਦਾ ਸੀ ਕਿਉਂਕਿ ਮੈਂ ਗੈਰ ਮਰਦਾਂ ਨਾਲ ਰਾਤ ਗੁਜ਼ਾਰ ਕੇ ਆਈ ਸੀ, ਜਿਸ ਕਾਰਨ ਮੈਂ ਉਹਨਾਂ ਦੀ ਦਹਿਲੀਜ਼ ਉੱਪਰ ਪੈਰ ਰੱਖਣ ਦੀ ਹੱਕਦਾਰ ਨਹੀਂ ਸੀ।
ਫਿਰ ਉਸ ਧਰਤੀ ਨੇ ਤਾਂ ਸਭ ਖੋਹ ਲਿਆ ਮੈਥੋਂ। ਉੱਥੇ ਰੁਕਣ ਲਈ ਕੋਈ ਵਜ੍ਹਾ ਨਹੀਂ ਲੱਭੀ। ਮਰਨ ਦੇ ਖਿਆਲ ਨਾਲ ਅੱਬਾ ਅੰਮੀ ਦੇ ਸੁਪਨੇ ਜਿਉਂਦੀ ਵਿਖਾਈ ਦਿੱਤੇ। ਤਾਂ ਉਸ ਰਾਤ ਜੀਣ ਲਈ ਧਰਤੀ ਦੇ ਇਸ ਦੂਜੇ ਰੁੱਖ ਹਿੰਦੁਸਤਾਨ ਵੱਲ ਕਦਮ ਪੁੱਟ ਲਏ। ਪੜ੍ਹੀ ਲਿਖੀ ਸਾਂ, ਨਿੱਕੀ ਮੋਟੀ ਨੌਕਰੀ ਕਰ ਗੁਜ਼ਾਰਾ ਹੋ ਗਿਆ ਅਤੇ ਅੱਜ ਜਿਨ੍ਹਾਂ ਸਰਦਾਰ ਜੀ ਦੇ ਨੌਕਰੀ ਕਰਦੀ ਸਾਂ ਉਹਨਾਂ ਦੇ ਕਹਿਣ 'ਤੇ ਇੱਥੇ ਆ ਗਈ। ਦਰਗਾਹ ਜਿੰਨਾ ਸਕੂਨ ਮਿਲ ਰਿਹਾ ਹੈ। ਇੰਨੇ ਵਿੱਚ ਹੀ ਸੁਖਵੰਤ ਦੀ ਮਾਂ ਉਹਨਾਂ ਕੋਲ ਆ ਗਈ। ਪੁੱਤ, ਕਿਸ ਨਾਲ ਗੱਲ ਕਰ ਰਹੇ ਹੈ? ਰਹਿਮਤ ਤੇ ਸੁਖਵੰਤ ਖੜੇ ਹੋ ਗਏ। ਮਾਂ, ਇਹ ਰਹਿਮਤ ਨੇ, ਪਾਕਿਸਤਾਨ ਤੋਂ ਇੱਧਰ ਆਏ ਨੇ। ਇਸ ਤੋਂ ਪਹਿਲਾਂ ਸੁਖਵੰਤ ਕੁਝ ਬੋਲਦਾ, ਉਹਦੀ ਮਾਂ ਨੇ ਅੱਗੇ ਹੋ ਰਹਿਮਤ ਦਾ ਮੱਥਾ ਚੁੰਮਿਆ। ਵਾਹਿਗੁਰੂ ਵਾਹਿਗੁਰੂ, ਕਿੰਨਾ ਨੂਰ ਹੈ ਇਸ ਦੇ ਚਿਹਰੇ ਉੱਪਰ। ਹੱਥ ਵਿੱਚ ਗੁਟਕਾ ਸਾਹਿਬ ਵੇਖ। ਅੱਛਾ ਧੀਏ, ਪਾਠ ਕਰ ਰਹੀ ਸੀ? ਨਾਮ ਵੀ ਕਿੰਨਾ ਸੋਹਣਾ ਹੈ, ਰਹਿਮਤ, ਰਹਿਮਤ ਕੌਰ। ਇਸ ਤੋਂ ਪਹਿਲਾਂ ਕਿ ਸੁਖਵੰਤ ਕੁਝ ਬੋਲਦਾ, ਸੁਖਵੰਤ ਦੀ ਮਾਂ ਨੇ ਸਵਾਲ ਦੇ ਸਵਾਲ ਜੜ ਦਿੱਤੇ। ਤੁਹਾਡੇ ਮਾਤਾ ਪਿਤਾ ਜੀ ਕਿੱਥੇ ਨੇ? ਅੱਛਾ, ਤੇ ਪਿੱਛੋਂ ਤੁਹਾਡਾ ਜਿੱਦੀ ਪਿੰਡ ਕਿਹੜਾ ਹੈ? ਸੁਖਵੰਤ ਆਪਣੀ ਮਾਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਉਸਨੂੰ ਡਰ ਸੀ ਕਿ ਜੇ ਰਹਿਮਤ ਨੇ ਦੱਸ ਦਿੱਤਾ ਕਿ ਉਹ ਮੁਸਲਮਾਨ ਹੈ ਤਾਂ ਉਸਦੀ ਮਾਂ ਦਾ ਇਹ ਪਿਆਰ ਨਫ਼ਰਤ ਵਿੱਚ ਬਦਲਦਿਆਂ ਵਕਤ ਨਹੀਂ ਲੱਗੇਗਾ, ਜਿਸ ਕਾਰਨ ਉਹਨੇ ਕੁਝ ਨਾ ਬੋਲਣਾ ਹੀ ਮੁਨਾਸਿਬ ਸਮਝਿਆ। ਰਹਿਮਤ ਨੇ ਜਵਾਬ ਦਿੱਤਾ, ਜੀ ਉਹ ਇਸ ਦੁਨੀਆ ਵਿੱਚ ਨਹੀਂ ਰਹੇ। ਬੀਬੀ ਜੀ, ਤੁਸੀਂ ਕੀ ਪੁੱਛਣ ਲੱਗ ਗਏ ਰਹਿਮਤ ਨੂੰ? ਦਰਅਸਲ ਇਹਨਾਂ ਦੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਨੇ। ਵੰਡ ਸਮੇਂ ਇਹਨਾਂ ਨੇ ਵੀ ਆਪਣਾ ਪਰਿਵਾਰ ਗਵਾ ਲਿਆ। ਧੀ ਰਾਣੀਏ, ਮੈਨੂੰ ਮਾਫ਼ ਕਰੀ, ਮੈਂ ਤੇਰੇ ਜ਼ਖਮਾਂ ਨੂੰ ਉਖੇੜਿਆ। ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ। ਅੱਛਾ ਪੁੱਤ, ਤੂੰ ਇੱਥੇ ਰਹਿੰਦੀ ਕਿੱਥੇ ਕੁ? ਜੀ ਇੱਥੋਂ ਥੋੜ੍ਹੀ ਕੁ ਦੂਰ ਇੱਕ ਕਿਰਾਏ ਦੇ ਮਕਾਨ ਵਿੱਚ। ਠੀਕ ਹੈ ਧੀਏ, ਆਪਣੇ ਆਪ ਨੂੰ ਇਕੱਲਾ ਨਾ ਮਹਿਸੂਸ ਕਰੀ। ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਜ਼ਰੂਰ ਦੱਸੀ। ਵਕਤ ਕੱਢ ਕਿਸੇ ਦਿਨ ਘਰ ਜ਼ਰੂਰ ਆਵੀਂ। ਹੁਣ ਅਸੀਂ ਚੱਲਦੇ ਹਾਂ, ਕੁਵੇਲਾ ਬਹੁਤ ਹੋ ਗਿਆ, ਪਿੰਡ ਅੱਪੜਨਾ ਹੈ। ਰਹਿਮਤ ਨੇ ਹੱਥ ਜੋੜੇ ਤੇ ਸੁਖਵੰਤ ਦੀ ਮਾਂ ਨੇ ਪਿਆਰ ਦਿੱਤਾ। ਜਿਉਂਦੀ ਰਹਿ ਪੁੱਤ। ਸੁਖਵੰਤ ਤੇ ਰਹਿਮਤ ਫਿਰ ਉਸ ਦਿਨ ਦੀ ਤਰ੍ਹਾਂ ਇੱਕ ਦੂਜੇ ਤੋਂ ਅਲਵਿਦਾ ਲੈ ਆਪਣੇ ਆਪਣੇ ਰਾਹ ਪੈ ਗਏ। ਉਸ ਰਾਤ ਸੁਖਵੰਤ ਨੂੰ ਨੀਂਦ ਨਾ ਆਈ। ਰਹਿਮਤ ਨੂੰ ਮਿਲਣਾ ਉਹਨੂੰ ਇੱਕ ਸੁਪਨਾ ਜਿਹਾ ਜਾਪਿਆ। ਕਿੰਨਾ ਅਜੀਬ ਇਤਫਾਕ ਸੀ ਇਹ। ਰਹਿਮਤ ਦਾ ਚਿਹਰਾ ਬਾਰ-ਬਾਰ ਉਸ ਦੀਆਂ ਅੱਖਾਂ ਮੂਹਰੇ ਘੁੰਮਣ ਲੱਗਾ। ਸੋਚਦਾ, ਮਾਂ ਤਾਂ ਐਵੇਂ ਹੀ ਆਖਦੀ ਰਹਿੰਦੀ ਹੈ, ਸਾਡਾ ਉਹਨਾਂ ਸਭ ਕੁਝ ਉਜਾੜ ਦਿੱਤਾ। ਕੋਈ ਰਹਿਮਤ ਕੋਲੋਂ ਪੁੱਛੇ, ਜਿਸ ਵਿਚਾਰੀ ਦਾ ਕੁਝ ਰਿਹਾ ਹੀ ਨਹੀਂ। ਕਿਸ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ ਅਸੀਂ, ਜਿਹਨੇ ਉਮਰਾਂ ਲਈ ਬਸ ਦਿਲ ਤੇ ਜ਼ਖਮਾਂ ਦੀ ਛਾਪ ਛੱਡ ਦਿੱਤੀ ਹੈ। ਤਾਰਿਆਂ ਨਾਲ ਗੱਲਾਂ ਕਰਦੇ ਕਰਦੇ ਇੰਝ ਹੀ ਉਹਨੂੰ ਨੀਂਦ ਆ ਗਈ। ਦਿਨ ਬੀਤ ਗਏ। ਸੁਖਵੰਤ ਦੀ ਮੁਲਾਕਾਤ ਰੋਜ਼ ਗੁਰੂ ਘਰੇ ਰਹਿਮਤ ਨਾਲ ਹੋਣ ਲੱਗ ਪਈ। ਦੋਵੇਂ ਕਿੰਨਾ ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ। ਸੁਖਵੰਤ ਰਹਿਮਤ ਨੂੰ ਗੁਰਮੁਖੀ ਦੇ ਕਈ ਅੱਖਰਾਂ ਬਾਰੇ ਗਿਆਨ ਦਿੰਦਾ ਤਾਂ ਜੋ ਪੰਜਾਬੀ ਪੜ੍ਹ ਸਕੇ। ਘਰ ਵਿੱਚ ਸੁਖਵੰਤ ਤੇ ਉਸਦੀ ਮਾਂ ਹੀ ਰਹਿੰਦੇ ਸੀ। ਸੁਖਵੰਤ ਦੀ ਮਾਂ ਦਾ ਵੀ ਰਹਿਮਤ ਨਾਲ ਚੰਗਾ ਮੋਹ ਪੈ ਗਿਆ। ਰਹਿਮਤ ਕਈ ਵਾਰ ਸੁਖਵੰਤ ਦੀ ਬੇਬੇ ਨਾਲ ਘਰ ਆ ਕੇ ਗੱਲਾਂ ਕਰਦੀ ਰਹਿੰਦੀ। ਉਹ ਦੋਵਾਂ ਨੂੰ ਦੇਖ ਦੇਖ ਅੰਦਰੋਂ ਬੜਾ ਹੀ ਖੁਸ਼ ਹੁੰਦਾ, ਪਰ ਉਸਨੂੰ ਇੱਕ ਗੱਲ ਦਾ ਬੜਾ ਹੀ ਡਰ ਲੱਗਾ ਰਹਿੰਦਾ ਕਿ ਕਿਤੇ ਬੇਬੇ ਨੂੰ ਰਹਿਮਤ ਦੀ ਅਸਲੀਅਤ ਦਾ ਪਤਾ ਲੱਗ ਗਿਆ ਤਾਂ ਖੁਸ਼ੀਆਂ ਨੂੰ ਨਜ਼ਰ ਲੱਗ ਜਾਵੇਗੀ। ਰਹਿਮਤ ਨੂੰ ਵੀ ਕੋਈ ਆਪਣਾ ਮਿਲ ਗਿਆ ਸੀ। ਉਸਨੂੰ ਆਪਣੀ ਪਿਛਲੀ ਪਹਿਚਾਣ ਜਿਵੇਂ ਭੁੱਲ ਹੀ ਗਈ ਸੀ। ਸਿਆਲਾਂ ਦੇ ਦਿਨ ਸਿਖਰਾਂ 'ਤੇ ਸੀ ਠੰਡੀ ਠੰਡੀ ਪੌਣ ਹੱਡਾਂ ਨੂੰ ਚੀਰਦੀ ਜਾਂਦੀ ਸੀ। ਸੂਰਜ ਵੀ ਕਈ ਮੁਸ਼ੱਕਤਾਂ ਤੋਂ ਬਾਅਦ ਅੱਜ ਨਿਕਲਿਆ ਸੀ। ਸੁਖਵੰਤ ਛੱਤ 'ਤੇ ਬੈਠਾ ਧੁੱਪ ਦਾ ਨਿੱਘ ਮਾਣਦਿਆਂ ਅਖਬਾਰ ਪੜ੍ਹ ਰਿਹਾ ਸੀ ਕਿ ਅਚਾਨਕ ਰਹਿਮਤ ਛੱਤ 'ਤੇ ਆਈ। ਆ ਲਓ ਚਾਹ। ਸੁਖਵੰਤ ਨੇ ਅਖਬਾਰ ਥੱਲੇ ਰੱਖ ਦਿੱਤੀ ਤੇ ਰਹਿਮਤ ਦੀਆਂ ਉੱਡਦੀਆਂ ਹੋਈਆਂ ਜ਼ੁਲਫਾਂ ਨੇ ਉਸਨੂੰ ਆਪਣੇ ਵੱਲ ਖਿੱਚ ਲਿਆ। ਸੁਖਵੰਤ ਨੇ ਅੱਜ ਤੱਕ ਪਹਿਲਾਂ ਕਦੇ ਕਿਸੇ ਔਰਤ ਨੂੰ ਇਸ ਨਜ਼ਰ ਨਾਲ ਨਹੀਂ ਸੀ ਵੇਖਿਆ, ਪਰ ਅੱਜ ਪਤਾ ਨਹੀਂ ਕਿਉਂ ਰਹਿਮਤ ਨੂੰ ਦੇਖਦੇ ਸਾਰ ਹੀ ਉਸਦੇ ਦਿਲ ਵਿੱਚ ਅਜੀਬ ਤਰ੍ਹਾਂ ਦੀ ਹਲਚਲ ਹੋਈ।
ਉਹ ਰਹਿਮਤ ਦੇ ਹੱਸਦੇ ਚਿਹਰੇ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ। ਰਹਿਮਤ ਨੇ ਵੀ ਸੁਖਵੰਤ ਨੂੰ ਹਿਲਾਇਆ। ਕੀ ਹੋਇਆ? ਸਭ ਠੀਕ ਤਾਂ ਹੈ? ਕਿਸ ਨੂੰ ਦੇਖ ਰਹੇ ਹੋ? ਕਦੋਂ ਦੀ ਤੁਹਾਨੂੰ ਆਖ ਰਹੀ ਹਾਂ ਚਾਹ ਫੜ ਲਵੋ। ਸੁਖਵੰਤ ਦਾ ਧਿਆਨ ਵਾਪਿਸ ਆਇਆ ਤਾਂ ਨਾ ਰਹਿਮਤ ਜੀ, ਬਸ ਚਿੱਤ ਕਾਲਾ ਜਿਹਾ ਪੈ ਰਿਹਾ ਸੀ। ਲੈ, ਇਹਨੂੰ ਕੀ ਹੋ ਗਿਆ ਹੁਣ? ਤੁਸੀਂ ਰਹਿਮਤ ਜੀ ਮਜ਼ਾਕ ਉਡਾ ਰਹੇ ਹੋ। ਤੁਹਾਨੂੰ ਮੇਰੀ ਕੋਈ ਫਿਕਰ ਨਹੀਂ। ਅੱਲਾ ਦੇ ਵਾਸਤੇ ਇੰਜ ਨਾ ਕਹੋ, ਮੈਨੂੰ ਤੁਹਾਡਾ ਬਹੁਤ ਫਿਕਰ ਹੈ। ਚਲੋ ਉੱਠੋ ਤੇ ਆਰਾਮ ਕਰੋ। ਆਰਾਮ ਦੀ ਨਹੀਂ, ਤੁਹਾਡੀ ਲੋੜ ਹੈ। ਸੱਚ ਦੱਸਾਂ ਤਾਂ ਮੇਰੇ ਚਿੱਤ ਦਾ ਕਾਲਾ ਪੈਣਾ ਵੀ ਤੁਹਾਡੀਆਂ ਫਿਕਰਾਂ ਤੇ ਹੀ ਤਾਂ ਆਧਾਰਿਤ ਹੈ। ਰਹਿਮਤ ਬਿਨਾਂ ਕੁਝ ਬੋਲੇ ਉੱਥੋਂ ਉੱਠ ਕੇ ਚਲੀ ਗਈ। ਸੁਖਵੰਤ ਨੂੰ ਆਪਣੀ ਕੀਤੀ ਬੇਵਕੂਫੀ ਦਾ ਬੜਾ ਪਛਤਾਵਾ ਹੋਇਆ ਕਿ ਮੈਨੂੰ ਰਹਿਮਤ ਨੂੰ ਇੰਜ ਨਹੀਂ ਆਖਣਾ ਚਾਹੀਦਾ ਸੀ। ਅਜੇ ਤਾਂ ਉਸਦੇ ਪੁਰਾਣੇ ਜ਼ਖਮ ਨਹੀਂ ਭਰ ਸਕੇ। ਕੀ ਸੋਚਦੀ ਹੋਵੇਗੀ? ਖੈਰ, ਕਈ ਦਿਨ ਲੰਘ ਗਏ ਪਰ ਰਹਿਮਤ ਸੁਖਵੰਤ ਦੇ ਘਰ ਮੁੜ ਨਾ ਆਈ ਤੇ ਸੁਖਵੰਤ ਦੀ ਹਿੰਮਤ ਨਾ ਪਈ ਕਿ ਉਸਦੇ ਪਿੱਛੇ ਜਾ ਸਕੇ। ਸੁਖਵੰਤ ਦੀ ਬੇਬੇ ਨੇ ਵੀ ਕਈ ਸੁਨੇਹੇ ਭੇਜੇ ਪਰ ਉਹ ਉਹਨਾਂ ਦੇ ਆਖਣ ਤੇ ਵੀ ਨਾ ਆਈ। ਸੁਖਵੰਤ ਤਾਰਾਂ ਦੀ ਲੋਏ ਲੰਮਾ ਪਿਆ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ ਹੋਇਆ ਸੀ। ਬੇਬੇ ਰੋਟੀ ਲੈ ਆਈ। ਉੱਠ ਪੁੱਤ, ਰੋਟੀ ਖਾ ਲੈ। ਨਹੀਂ ਬੇਬੇ, ਭੁੱਖ ਨਹੀਂ। ਬੇਬੇ ਉਹਦੇ ਕੋਲ ਬੈਠ ਗਈ ਤੇ ਬੜੇ ਪਿਆਰ ਨਾਲ ਉਹਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ। ਰੋਟੀ ਖਾ ਲੈ, ਫਿਰ ਤੈਨੂੰ ਇੱਕ ਖੁਸ਼ਖਬਰੀ ਦੱਸਦੀ ਹਾਂ। ਰੋਟੀ ਤਾਂ ਮੈਂ ਖਾ ਲਵਾਂਗਾ, ਪਰ ਜੇ ਤੁਸੀਂ ਖੁਸ਼ਖਬਰੀ ਸੁਣਾ ਦੇਵੋ ਤਾਂ ਸ਼ਾਇਦ ਰੋਟੀ ਖਾਣ ਦਾ ਸਵਾਦ ਆ ਜਾਵੇ। ਬੜਾ ਸ਼ਰਾਰਤੀ ਹੈ ਤੂੰ। ਤੇਰਾ ਰਿਸ਼ਤਾ ਪੱਕਾ ਕਰ ਆਈ ਹਾਂ, ਉਹ ਵੀ ਰਹਿਮਤ ਨਾਲ। ਸੁਖਵੰਤ ਹੱਕਾ ਬੱਕਾ ਹੋਇਆ ਉੱਠ ਖੜਾ ਹੋਇਆ। ਹੈਂ? ਕਦੋਂ? ਤੁਸੀਂ ਕਿਵੇਂ ਘਰ ਆਏ? ਇਹ ਕਿਵੇਂ ਹੋ ਗਿਆ? ਕਿਉਂ ਪੁੱਤ, ਕੁਝ ਗਲਤ ਕੀਤਾ ਮੈਂ? ਤੂੰ ਖੁਸ਼ ਨਹੀਂ ਹੈ? ਨਹੀਂ ਬੇਬੇ, ਪਰ ਰਹਿਮਤ ਸਾਡੇ। ਬੇਬੇ ਨੇ ਨਾਲ ਹੀ ਉਹਨੂੰ ਟੋਕ ਦਿੱਤਾ। ਹਾਂ, ਮੈਨੂੰ ਪਤਾ ਹੈ ਰਹਿਮਤ ਮੁਸਲਮਾਨ ਹੈ, ਪਰ ਪੁੱਤ ਤੁਹਾਡੇ ਦੋਵਾਂ ਦੀ ਸੱਚੀ ਪ੍ਰੀਤ ਦਾ ਤਾਂ ਕੋਈ ਧਰਮ ਨਹੀਂ। ਮੈਨੂੰ ਰਹਿਮਤ ਨੇ ਪਹਿਲੇ ਦਿਨ ਹੀ ਸਭ ਸੱਚ ਦੱਸ ਦਿੱਤਾ ਸੀ ਜਿਸ ਦਿਨ ਉਹ ਆਪਣੇ ਘਰ ਆਈ ਸੀ। ਮੈਨੂੰ ਮਾਣ ਹੈ ਪੁੱਤ ਤੇਰੇ ਤੇ। ਮੈਂ ਤੇਰੀ ਮਾਂ ਹਾਂ, ਤੇਰੀ ਪਰੇਸ਼ਾਨੀ ਚੰਗੀ ਤਰ੍ਹਾਂ ਸਮਝ ਸਕਦੀ ਹਾਂ। ਰਹਿਮਤ ਨੇ ਸਭ ਦੱਸਿਆ ਹੈ ਕਿ ਤੂੰ ਕਿਵੇਂ ਉਸਦੀ ਮਦਦ ਕੀਤੀ ਤੇ ਉਹ ਕਿਸ ਤਰ੍ਹਾਂ ਇੱਥੇ ਆਈ। ਸੁਖਵੰਤ ਨੇ ਨਾਲ ਹੀ ਬੇਬੇ ਨੂੰ ਗੱਲ ਵਕੜੀ ਪਾ ਲਈ। ਪਰ ਬੇਬੇ, ਰਹਿਮਤ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ? ਲੈ, ਮੇਰੇ ਹੀਰੇ ਵਰਗੇ ਪੁੱਤ ਨੂੰ ਨਾ ਵੀ ਕੌਣ ਆਖੇਗਾ। ਇਹ ਗੱਲ ਸੁਣ ਕੇ ਸੁਖਵੰਤ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਸੀ। ਆਖਿਰ 5-6 ਦਿਨਾਂ ਦੇ ਅੰਦਰ ਅੰਦਰ ਰਹਿਮਤ ਤੇ ਸੁਖਵੰਤ ਦਾ ਵਿਆਹ ਹੋ ਗਿਆ। ਵਿਆਹ ਦੋਵੇਂ ਰੀਤੀ ਰਿਵਾਜਾਂ ਨਾਲ ਹੋਇਆ ਤਾਂ ਕਿ ਰਹਿਮਤ ਦੇ ਦਿਲ ਵਿੱਚ ਕੋਈ ਗੱਲ ਨਾ ਰਵੇ। ਸੁਖਵੰਤ ਰਾਤ ਨੂੰ ਕਮਰੇ ਵਿੱਚ ਗਿਆ ਤਾਂ ਬੜਾ ਘਬਰਾਇਆ ਹੋਇਆ ਸੀ। ਆਖਿਰ ਉਹਨੇ ਆਪਣੀ ਚੁੱਪੀ ਤੋੜੀ। ਰਹਿਮਤ, ਮੈਨੂੰ ਮਾਫ ਕਰ ਦੇਣਾ। ਉਸ ਦਿਨ ਤੁਸੀਂ ਇੰਜ ਨਾਰਾਜ਼ ਹੋ ਕੇ ਚਲੇ ਗਏ ਤੇ ਇਹ ਸਭ ਕੁਝ ਇੰਨੀ ਜਲਦੀ ਹੋ ਗਿਆ। ਤੁਹਾਨੂੰ ਵੀ ਜ਼ਰੂਰ ਅਜੀਬ ਲੱਗ ਰਿਹਾ ਹੋਵੇਗਾ। ਸੁਖਵੰਤ ਜੀ, ਤੁਸੀਂ ਪਾਸੀ ਪਰਦਾ ਦੀ ਰਸਮ ਅਦਾ ਕਰੋਗੇ ਜਾਂ ਮੈਂ ਖੁਦ ਕਰਾਂ? ਮਤਲਬ? ਓਹ ਅੱਛਾ, ਇਹ ਰਸਮ ਰਹਿ ਗਈ। ਮੈਨੂੰ ਮਾਫ ਕਰਨਾ ਰਹਿਮਤ ਜੀ, ਇਸ ਬਾਰੇ ਮੈਨੂੰ ਪਤਾ ਨਹੀਂ ਸੀ। ਮੈਂ ਹੁਣੇ ਬੇਬੇ ਨੂੰ ਉਠਾ ਕੇ ਲਿਆਇਆ। ਰਹਿਮਤ ਉੱਚੀ ਉੱਚੀ ਹੱਸਣ ਲੱਗ ਪਈ। ਨਹੀਂ, ਇਸ ਰਸਮ ਦਾ ਮਤਲਬ ਹੈ ਤੁਸੀਂ ਮੇਰਾ ਕੁੰਡ ਚੱਕੋ। ਤੇ ਦੋਵੇਂ ਫਿਰ ਤੋਂ ਉੱਚੀ ਉੱਚੀ ਹੱਸਣ ਲੱਗ ਪਏ। ਰਹਿਮਤ, ਮੈਂ ਤੁਹਾਡੇ ਲਈ ਚੰਨ ਤਾਰੇ ਤਾਂ ਨਹੀਂ ਤੋੜ ਸਕਦਾ। ਹਾਂ, ਪਰ ਤੁਹਾਡੇ ਮੋਢਿਆਂ ਤੇ ਇਸ ਬੋਝ ਨੂੰ ਉਤਾਰ ਦੇਣਾ ਚਾਹੁੰਦਾ। ਹੁਣ ਮੈਂ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਨੂੰ ਕਦੇ ਵੀ ਦਸਤਕ ਨਹੀਂ ਦੇਣ ਦੇਵਾਂਗਾ। ਸੁਖਵੰਤ ਨੇ ਰਹਿਮਤ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਇੰਜ ਦੋ ਅਜਨਬੀਆਂ ਦੀ ਮੁਹੱਬਤ ਨੂੰ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਇੱਕ ਦੂਜੇ ਲਈ ਕੀ ਮਾਇਨੇ ਰੱਖਦੇ ਨੇ, ਰੱਬ ਨੇ ਉਹਨਾਂ ਨੂੰ ਆਪ ਮਿਲਾਇਆ। ਪਰ ਇੱਧਰ ਅਗਲੇ ਹੀ ਦਿਨ ਪੂਰੇ ਪਿੰਡ ਵਿੱਚ ਰੌਲਾ ਪੈ ਗਿਆ
ਕਿ ਸੁਖਵੰਤ ਉਹਨਾਂ ਨੇ ਪਿੰਡ ਦੀ ਮਰਿਆਦਾ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ, ਜੋ ਇੱਕ ਮੁਸਲਮਾਨ ਔਰਤ ਨੂੰ ਘਰ ਵਿੱਚ ਵਿਆਹ ਕੇ ਲੈ ਆਏ ਨੇ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ, ਪਰ ਸੁਖਵੰਤ ਦੇ ਪਰਿਵਾਰ ਨੂੰ ਇਸ ਚੀਜ਼ ਤੋਂ ਕੋਈ ਫਰਕ ਨਹੀਂ ਪੈਂਦਾ ਸੀ। ਨਾ ਤਾਂ ਕਦੀ ਬੇਬੇ ਨੇ ਤੇ ਨਾ ਹੀ ਸੁਖਵੰਤ ਨੇ ਕਦੇ ਉਸਨੂੰ ਆਪਣਾ ਧਰਮ ਬਦਲਣ ਲਈ ਆਖਿਆ। ਉਹ ਸਵੇਰੇ ਉੱਠ ਪਹਿਲਾਂ ਨਮਾਜ਼ ਪੜ੍ਹਦੀ ਤੇ ਫਿਰ ਸੁਖਵੰਤ ਕੋਲ ਬੈਠ ਜਪਜੀ ਸਾਹਿਬ ਦੀ ਬਾਣੀ ਪੜ੍ਹਨਾ ਸਿੱਖਦੀ। ਪਿੰਡ ਵਿੱਚ ਲੋਕਾਂ ਨੇ ਗੱਲਾਂ ਕਰ ਕਰਕੇ ਉਹਨਾਂ ਦਾ ਜੀਣਾ ਦੁਖੀ ਕਰ ਦਿੱਤਾ ਸੀ। ਬੇਬੇ ਨੇ ਲੋਕਾਂ ਦੀਆਂ ਗੱਲਾਂ ਨੂੰ ਇੰਨਾ ਦਿਲ ਤੇ ਲਾ ਲਿਆ ਕਿ ਉਹ ਥੋੜ੍ਹੇ ਵਕਤ ਬਾਅਦ ਹੀ ਸੁਖਵੰਤ ਤੇ ਰਹਿਮਤ ਨੂੰ ਵਿਛੋੜਾ ਦੇ ਗਈ। ਬੇਬੇ ਦੀ ਮੌਤ ਤੋਂ ਬਾਅਦ ਸੁਖਵੰਤ ਨੇ ਪਿੰਡ ਛੱਡ ਜਾਣ ਦਾ ਫੈਸਲਾ ਕਰ ਲਿਆ। ਸੁਖਵੰਤ ਤੇ ਰਹਿਮਤ ਸ਼ਹਿਰ ਦੇ ਕਿਸੇ ਮਕਾਨ ਵਿੱਚ ਚਲੇ ਗਏ। ਸਮਾਂ ਉਡਾਰੀਆਂ ਭਰਦਾ ਰਿਹਾ। 2 ਸਾਲ ਬਾਅਦ ਉਹਨਾਂ ਦੇ ਘਰ ਧੀ ਨੇ ਜਨਮ ਲਿਆ, ਜਿਹਨੇ ਉਹਨਾਂ ਦਾ ਵਿਹੜਾ ਖੁਸ਼ੀਆਂ ਨਾਲ ਭਰ ਦਿੱਤਾ। ਉਹ ਦੋਵੇਂ ਸਾਰਾ ਦਿਨ ਬਿਸ਼ਨ ਨਾਲ ਖੇਡਦੇ ਰਹਿੰਦੇ। ਉਹਨਾਂ ਦੇ ਇਸ ਛੋਟੇ ਜਿਹੇ ਜਹਾਨ ਵਿੱਚ ਬਹੁਤ ਜ਼ਿਆਦਾ ਸਕੂਨ ਸੀ। ਸੁਖਵੰਤ ਨੇ ਧਰਮ ਦੀਆਂ ਦੀਵਾਰਾਂ ਤੋਂ ਉੱਚਾ ਉੱਠ ਕੇ ਆਪਣੀ ਜ਼ਿੰਦਗੀ ਦੇ 25 ਸਾਲ ਰਹਿਮਤ ਤੇ ਆਪਣੀ ਧੀ ਨਾਲ ਬੜੇ ਪਿਆਰ ਨਾਲ ਬਤੀਤ ਕੀਤੇ। ਤੇ ਰਹਿਮਤ ਕਦੋਂ ਰਹਿਮਤ ਖਾਤੂਨ ਤੋਂ ਰਹਿਮਤ ਕੌਰ ਬਣ ਗਈ, ਉਸਨੂੰ ਪਤਾ ਹੀ ਨਾ ਲੱਗਾ। 50 ਸਾਲ ਦੀ ਉਮਰ ਵਿੱਚ ਕੈਂਸਰ ਵਰਗੀ ਭੈੜੀ ਬਿਮਾਰੀ ਨੇ ਸੁਖਵੰਤ ਨੂੰ ਘੇਰ ਲਿਆ, ਜਿਸ ਨੇ 2 ਸਾਲ ਦੇ ਅੰਦਰ ਹੀ ਅੰਦਰ ਉਸਦੇ ਜੀਵਨ ਲੀਲਾ ਸਮਾਪਤ ਕਰ ਦਿੱਤੀ। ਸੁਖਵੰਤ ਦੀ ਆਖਰੀ ਇੱਛਾ ਇਹ ਸੀ ਕਿ ਉਸਦਾ ਅੰਤਿਮ ਸੰਸਕਾਰ ਪਿੰਡ ਹੀ ਕੀਤਾ ਜਾਵੇ। ਰਹਿਮਤ ਦੇ ਪਿੰਡ ਜਾ ਕੇ ਸੁਖਵੰਤ ਦੇ ਮੂੰਹੋਂ ਨਿਕਲੇ ਆਖਰੀ ਬੋਲ ਪੂਰੇ ਕੀਤੇ। ਰਹਿਮਤ ਨੇ 20 ਸਾਲ ਬਾਅਦ ਹਵੇਲੀ ਵਿੱਚ ਪੈਰ ਰੱਖਿਆ। ਆਖਰੀ ਸਾਰੀਆਂ ਰਸਮਾਂ ਹਵੇਲੀ ਵਿੱਚ ਹੀ ਪੂਰੀਆਂ ਕੀਤੀਆਂ ਗਈਆਂ। ਰਹਿਮਤ ਅਗਲੇ ਦਿਨ ਉੱਠਦੇ ਸਾਰ ਹਵੇਲੀ ਦੀ ਛੱਤ ਤੇ ਚਲੀ ਗਈ। ਉਹਨੂੰ ਲੱਗਾ ਜਿਵੇਂ ਸੁਖਵੰਤ ਉਸਦੇ ਹੀ ਕੋਲ ਹੈ। ਬਨੇਰੇ ਤੇ ਬੈਠੇ ਪੰਛੀ ਵੀ ਉਹਨਾਂ ਦੀ ਨੋਕ ਝੋਂਕ ਵਿੱਚ ਗੁਣਗੁਣਾ ਰਹੇ ਸੀ, ਤੇ ਜਦ ਉਹਦਾ ਧਿਆਨ ਤਾਰਾਂ ਤੋਂ ਪਾਰ ਜਾਂਦਾ ਤਾਂ ਉਹਨੂੰ ਆਪਣਾ ਬਚਪਨ ਯਾਦ ਆਉਂਦਾ। ਕਮਾਲ ਸੀ ਉਹਦੀ ਜ਼ਿੰਦਗੀ, ਜਿਹਨੇ ਪਤਾ ਨਹੀਂ ਕਿੰਨੇ ਮੋੜ ਉਸਨੂੰ ਦਿਖਾਏ, ਤੇ ਫਿਰ ਸੁਖਵੰਤ ਵਰਗਾ ਜੀਵਨ ਸਾਥੀ ਉਸਦੀ ਝੋਲੀ ਵਿੱਚ ਪਾਇਆ, ਜਿਸ ਵਿੱਚ ਹਮੇਸ਼ਾ ਉਸਨੂੰ ਆਪਣੇ ਅੱਬੂ ਦੀ ਛਵੀ ਵਿਖਦੀ ਰਹੀ। ਐਨੇ ਨੂੰ ਉਸਦੀ ਧੀ ਨੇ ਆਵਾਜ਼ ਮਾਰੀ, ਮਾਂ ਥੱਲੇ ਆਓ, ਕੋਈ ਤੁਹਾਨੂੰ ਮਿਲਣ ਆਇਆ। ਰਹਿਮਤ ਆਪਣੇ ਹੰਝੂ ਪੂੰਝਦੀ ਹੋਈ ਥੱਲੇ ਗਈ ਤੇ ਹਰਜੀਤ, ਸੁਖਵੰਤ ਦਾ ਜਿਗਰੀ ਯਾਰ, ਫੌਜ ਤੋਂ ਛੁੱਟੀ ਲੈ ਆਇਆ ਸੀ। ਹਰਜੀਤ ਨੂੰ ਵੇਖ ਕੇ ਰਹਿਮਤ ਦੇ ਦਿਲ ਨੂੰ ਤਰਾਸ ਜਿਹੀ ਆਈ ਕਿ ਚਲੋ ਕੋਈ ਤਾਂ ਸੁਖਵੰਤ ਦਾ ਆਪਣਾ ਆਇਆ। ਹਰਜੀਤ ਨੇ ਰਹਿਮਤ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਭੈਣ, ਬੇਬੇ ਬਾਪੂ ਵੀ ਆਉਂਦੇ ਆ ਤੁਰੇ ਪਿੱਛੇ। ਜਦ ਰਹਿਮਤ ਦਾ ਧਿਆਨ ਉਹਨਾਂ ਵੱਲ ਪਿਆ ਤਾਂ ਉਹਦੇ ਹੋਸ਼ ਉੜ ਗਏ। ਉਹ ਅੱਗੇ ਵਧੀ ਤੇ ਉੱਚੀ ਉੱਚੀ ਰੋਣ ਲੱਗ ਪਈ। ਸਭ ਹੈਰਾਨ ਸੀ ਕਿ ਰਹਿਮਤ ਨੂੰ ਕੀ ਹੋ ਗਿਆ। ਅੱਬਾ, ਅੰਮੀ, ਅੰਮੀ। ਰਹਿਮਤ ਦੀ ਆਵਾਜ਼ ਕੰਬ ਰਹੀ ਸੀ। ਅੰਮੀ ਮੈਨੂੰ ਪਹਿਚਾਨਿਆ? ਅੱਬੂ, ਮੈਂ ਰਹਿਮਤ ਖਾਤੂਨ। ਅੰਮੀ, ਤੁਹਾਡੀ ਰਹਿਮਤ। ਅੰਮੀ ਬੋਲੋ, ਮੈਂ ਤੁਹਾਡੀ ਰਹਿਮਤ। ਜਦ ਉਸ ਬਜ਼ੁਰਗ ਜੋੜੇ ਨੇ ਪੂਰੀ ਨਿਗਾਹ ਲਾ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਅੱਥਰੂ ਵਹਿਣੇ ਸ਼ੁਰੂ ਹੋ ਗਏ। ਜਦੋਂ ਦੂਜੀ ਵਾਰ ਰਹਿਮਤ ਨੇ ਆਪਣੇ ਅੱਬੂ ਨੂੰ ਮਿਰਜ਼ਾ ਸਾਹਿਬ ਕਹਿ ਕੇ ਪੁਕਾਰਿਆ ਤਾਂ ਜਿਵੇਂ ਬਚਪਨ ਵਿੱਚ ਉਹ ਆਪਣੀ ਮਾਂ ਨਜ਼ਮਾ ਦੀ ਨਕਲ ਉਤਾਰਦੀ ਹੁੰਦੀ ਸੀ, ਤੇ ਉਹ ਦੋਵਾਂ ਨੇ ਰਹਿਮਤ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ। ਫਿਰ ਹਰਜੀਤ ਨੇ ਸਾਰੀ ਗੱਲ ਰਹਿਮਤ ਨੂੰ ਦੱਸੀ ਕਿ ਉਸ ਰਾਤ ਸੁਖਵੰਤ ਨੇ ਇੱਕ ਨਹੀਂ 3 ਜਾਨਾਂ ਨੂੰ ਜ਼ਿੰਦਗੀ ਦਿੱਤੀ ਸੀ। ਜਿਸ ਦਿਨ ਉਹ ਰਹਿਮਤ ਨੂੰ ਅਲੀ ਕੋਲ ਛੱਡ ਕੇ ਆਏ ਸੀ ਤਾਂ ਰਾਹ ਵਿੱਚ ਇਹ ਜੋੜਾ ਸਟੇਸ਼ਨ ਦੇ ਬਾਹਰ ਬੇਹੋਸ਼ ਪਿਆ ਸੀ, ਤੇ ਅਸੀਂ ਇਹਨਾਂ ਨੂੰ ਨਾਲ ਹੀ ਗੱਡੀ ਵਿੱਚ ਆਪਣੇ ਨਾਲ ਲੈ ਆਏ। ਮੈਂ ਆਪਣੇ ਮਾਂ-ਪਿਓ ਗਵਾ ਲਏ ਸੀ, ਪਰ ਇਹਨਾਂ ਨੇ ਮੈਨੂੰ ਆਪਣਾ ਪੁੱਤਾਂ ਵਾਂਗ ਪਿਆਰ ਦਿੱਤਾ, ਤੇ ਜਦ ਮੈਂ ਭਰਤੀ ਹੋਇਆ ਤਾਂ ਨਾਲ ਹੀ ਇਹਨਾਂ ਨੂੰ ਜੰਮੂ ਲੈ ਗਿਆ। ਫਿਰ ਰਹਿਮਤ ਨੂੰ ਉਸਦੇ ਪਿਤਾ ਮਿਰਜ਼ਾ ਸਾਹਿਬ ਨੇ ਦੱਸਿਆ ਕਿ ਤੇਰੇ ਨਿਕਾਹ ਤੋਂ ਬਾਅਦ ਉਹਨਾਂ ਲੋਕਾਂ ਨੇ ਘਰ ਵਿੱਚ ਜਦੋਂ ਅੱਗ ਲਾਈ ਤਾਂ ਤੇਰੀ ਅੰਮੀ ਤੇ ਮੈਂ ਬਚ ਕੇ ਨਿਕਲ ਆਈ ਸੀ, ਤੇ ਜਿਹੜੀ ਕਮਰੇ ਵਿੱਚ ਲਾਸ਼ਾਂ ਤੂੰ ਦੇਖੀਆਂ ਸੀ ਉਹ ਤੇਰੇ ਮਾਮਾ ਮਾਮੀ ਸੀ, ਜੋ ਉਸ ਵਕਤ ਆਰਾਮ ਕਰ ਰਹੇ ਸੀ, ਤੇ ਅਸੀਂ ਅੱਜ ਤੇਰੇ ਸਾਹਮਣੇ ਹਾਂ।
ਅੱਜ ਰਹਿਮਤ ਜੀ ਦੀ ਬਰਸੀ ਉੱਪਰ ਇਹ ਕਹਾਣੀ ਮੈਨੂੰ ਮੇਰੀ ਖਾਸ ਸਹੇਲੀ ਦੇ ਨਾਨੀ ਜੀ ਬਿਸ਼ਨ ਕੌਰ ਸੁਣਾ ਰਹੀ ਸੀ। ਉਹਨਾਂ ਦੀ ਅੱਖਾਂ ਵਿੱਚ ਇੱਕ ਦਰਦ ਝਲਕਦਾ ਜਿਸ ਨੇ ਮੇਰੀ ਨਿਮਾਣੀ ਜਿਹੀ ਕਲਮ ਨੂੰ ਅੰਦਰੋਂ ਇੱਕ ਖਿੱਚ ਪਾਈ ਕਿ ਇਸ ਨੂੰ ਮੈਂ ਕਹਾਣੀ ਦਾ ਰੂਪ ਦੇਵਾਂ। ਨਾ ਤਾਂ ਪਿਆਰ ਦਾ ਕੋਈ ਧਰਮ ਹੁੰਦਾ ਨਾ ਦੁੱਖ ਦਾ। ਲੱਖਾਂ ਹੀ ਅੱਖੀਆਂ ਵਿੱਚ ਇਹ ਦਰਦ ਝਲਕਦਾ ਹੋਇਆ ਸਾਨੂੰ ਮਿਲੇਗਾ, ਜਿਹਨੇ ਉਸ ਆਫਤ ਵਿੱਚ ਪਤਾ ਨਹੀਂ ਆਪਣੇ ਕਿੰਨੇ ਗਵਾਏ। ਜ਼ਿੰਦਗੀ ਦਾ ਮੁੱਲ ਉਹਨਾਂ ਕੋਲੋਂ ਪੁੱਛ ਕੇ ਵੇਖੋ ਜਿਨ੍ਹਾਂ ਦੀਆਂ ਅੱਖੀਆਂ ਵਿੱਚ ਅੱਜ ਵੀ ਕਿਸੇ ਆਪਣੇ ਨੂੰ ਮਿਲਣ ਦੀ ਆਸ ਹੈ। ਇਹ ਸੀ ਜੀ ਕਹਾਣੀ ਦਾ ਦੂਜਾ ਭਾਗ, ਖਾਤੂਨ ਤੋਂ ਕੌਰ। ਹੋਰ ਕਹਾਣੀਆਂ ਪੜ੍ਹਨ ਤੇ ਸੁਣਨ ਲਈ ਸਬਸਕ੍ਰਾਈਬ ਕਰੋ www.punjabilibrary.com ਨੂੰ। ਫਿਰ ਮਿਲਾਂਗੇ, ਉਦੋਂ ਤੱਕ ਆਪਣਾ ਖਿਆਲ ਰੱਖਿਓ। ਸਤਿ ਸ਼੍ਰੀ ਅਕਾਲ।